ਤੁਰ ਕੀ ਬਾਣੀ ਅਕਾਲੀ ਬਾਣੀ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਇਹ ਚਿਮ ਚਿਮ ਬਰਸੈ ਅੰਮ੍ਰਿਤ ਧਾਰਾ ਦੀ ਕਲਾ ਵਰਤ ਰਹੀ ਹੈ। ਗੁਰਬਾਣੀ ਦੀਆਂ ਅੰਮ੍ਰਿਤਮਈ ਬਾਣੀ ਦੀਆਂ ਬੂੰਦਾਂ ਦਾ ਮੀਂਹ ਵਰਸ ਰਿਹਾ ਹੈ। ਗੁਰ ਸਿੱਖ ਇਸ ਮੀਂਹ ਦੇ ਵਿੱਚ ਆਪਣੇ ਆਪ ਨੂੰ ਸਿੰਚ ਕੇ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਵਿੱਚ ਤਤਪਰ ਕਰਦੇ ਹਨ। ਆਪਣੇ ਨਿਜਾਤਮ ਸਰੂਪ ਨੂੰ ਸਾਖਸ਼ਾਤਕਾਰ ਕਰਨ ਦਾ ਅਭਿਆਸ ਕਰਦੇ ਹਨ। ਅੱਜ ਦੂਸਰੇ ਪਾਤਸ਼ਾਹ ਤ੍ਰੈਹਣ ਕੁਲ ਸਿਰਮੌਰ ਬਾਬਾ ਫੇਰੂ ਨੰਦਨ ਜੀ, ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ। ਅੱਜ ਦੇ ਦਿਨ ਸ੍ਰੀ ਕਰਤਾਰਪੁਰ ਸਾਹਿਬ, ਜਦੋਂ ਹਰ ਪਰਖ ਵਿੱਚ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਖਰੇ ਉਤਰੇ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਹੈ। ਖਡੂਰ ਸਾਹਿਬ ਵਿਖੇ ਨਿਵਾਸ ਕਰਦੇ ਹਨ। ਨਾਲ ਦੇ ਸੰਗੀ ਸਾਥੀਆਂ ਸਮੇਤ ਹਰ ਸਾਲ ਕਾਂਗੜੇ ਜਾਂਦੇ ਨੇ ਜਵਾਲਾ ਜੀ ਦੇ ਦਰਸ਼ਨਾਂ ਨੂੰ। ਗੁਆਂਢ ਵਿੱਚ ਇੱਕ ਗੁਰੂ ਕਾ ਸਿੱਖ ਹੈ ਭਾਈ ਜੋਧ। ਉਹਦੇ ਮੁਖੋਂ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਸੁਣੀ। ਭਾਈ ਜੋਧ ਦੀ ਸੰਗਤ ਕਰਨ ਲੱਗ ਪਏ। ਪੁੱਛਿਆ, ਇਹ ਪਾਵਨ ਬਾਣੀ ਕਿਹਨਾਂ ਦੀ ਹੈ? ਭਾਈ ਜੋਧ ਨੇ ਦੱਸਿਆ, ਭਾਈ ਲਹਿਣਾ ਜੀ, ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ। ਉਹ ਕਿੱਥੇ ਰਹਿੰਦੇ ਨੇ? ਕਰਤਾਰਪੁਰ ਸਾਹਿਬ ਨਿਵਾਸ ਰੱਖਦੇ ਨੇ। ਮਨ 'ਚ ਪ੍ਰੇਰਨਾ ਹੋਈ ਕਿ ਉਹਨਾਂ ਦੇ ਦਰਸ਼ਨ ਕਰਨੇ ਹਨ। ਜਦੋਂ ਜਵਾਲਾ ਜੀ ਦੀ ਯਾਤਰਾ ਨੂੰ ਜਾਣਾ ਸੀ, ਸੰਗੀ ਇਕੱਠੇ ਹੋਏ। ਭਾਈ ਲਹਿਣਾ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਇਸ ਵਾਰ ਦਰਸ਼ਨ ਕਰਨ ਆਪਾਂ ਜਾ ਰਹੇ ਹਾਂ, ਪਰ ਆਪਾਂ ਰਸਤਾ ਬਦਲ ਕੇ ਜਾਣਾ ਹੈ। ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਜਾਵਾਂਗੇ। ਇੱਕੋ ਰਸਤਾ ਬਣ ਜਾਏਗਾ, ਦੋ ਲਾਭ ਪ੍ਰਾਪਤ ਹੋਣਗੇ। ਸੰਗੀਆਂ ਨੇ ਆਖਿਆ, ਜੀ ਜਿਵੇਂ ਆਪ ਜੀ ਦਾ ਹੁਕਮ। ਭਾਈ ਲਹਿਣਾ ਜੀ ਦੇ ਸਮੇਤ ਸਾਰੇ ਸੰਗੀ ਖਡੂਰ ਸਾਹਿਬ ਤੋਂ ਚੱਲੇ, ਕਰਤਾਰਪੁਰ ਸਾਹਿਬ ਆਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਸਾਡੀ ਗੱਦੀ ਦੇ ਵਾਰਸ ਆ ਰਹੇ ਨੇ। ਮਹਾਰਾਜ ਜੀ ਧਰਮਸ਼ਾਲਾ ਚੋਂ ਬਾਹਰ ਆਏ ਅੱਗੇ ਨਗਰ। ਉਧਰੋਂ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਸਨ, ਕਿਉਂਕਿ ਘਰੋਂ ਬੜੇ ਵਧੀਆ ਪਰਿਵਾਰ ਚੋਂ ਸਨ, ਸ਼ਾਹੂਕਾਰ ਸਨ। ਘੋੜੀ ਤੇ ਚੜੇ ਗੁਰੂ ਨਾਨਕ ਸਾਹਿਬ ਨੂੰ ਹੀ ਪੁੱਛਦੇ ਹਨ, ਮਹਾਰਾਜ ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਘਰ ਕਿੱਥੇ ਹੈ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਆਓ ਪੁਰਖਾ, ਤੁਹਾਨੂੰ ਅਸੀਂ ਲੈ ਚੱਲਦੇ ਹਾਂ। ਆਪ ਅੱਗੇ ਅੱਗੇ ਪੈਦਲ ਟੁਰੇ ਜਾਂਦੇ ਨੇ। ਭਾਈ ਲਹਿਣਾ ਜੀ ਪਿੱਛੇ ਘੋੜੀ ਤੇ ਸਵਾਰ ਹਨ। ਧਰਮਸ਼ਾਲਾ ਦੇ ਦਰਵਾਜ਼ੇ ਕੋਲ ਆ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪੁਰਖਾ ਘੋੜੀ ਇੱਥੇ ਬੰਨ੍ਹ ਦਿਓ। ਇਹ ਧਰਮਸ਼ਾਲਾ ਦਾ ਦਰਵਾਜ਼ਾ ਹੈ, ਅੰਦਰ ਜਾ ਕੇ ਦਰਸ਼ਨ ਕਰ ਲਓ। ਆਪ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਪਿਛਲੇ ਪਾਸਿਓਂ ਆ ਕੇ ਅੰਦਰ ਤਖਤ ਤੇ ਬੈਠ ਗਏ। ਜਦੋਂ ਭਾਈ ਲਹਿਣਾ ਜੀ ਘੋੜੀ ਬੰਨ੍ਹ ਕੇ ਅੰਦਰ ਗਏ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ। ਇੱਕਦਮ ਹੈਰਾਨ ਹੋਏ, ਇਹ ਤਾਂ ਉਹੀ ਨੇ ਜਿਹੜੇ ਅੱਗੇ ਅੱਗੇ ਰਸਤਾ ਦੱਸਦੇ ਆਉਂਦੇ ਸਨ। ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ ਹੈ, ਗੁਨਾਹ ਹੋਇਆ ਹੈ ਕਿ ਮੈਂ ਘੋੜੀ ਤੇ ਸਵਾਰ ਹੋ ਕੇ ਆਇਆ, ਸਤਿਗੁਰੂ ਜੀ ਅੱਗੇ ਪੈਦਲ ਚੱਲ ਕੇ ਆਏ ਹਨ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੇ। ਮਹਾਰਾਜ ਬਖਸ਼ ਲਓ, ਖਿਮਾ ਕਰ ਦਿਓ, ਮੇਰੇ ਕੋਲੋਂ ਇਹ ਭੁੱਲ ਹੋਈ ਹੈ। ਸਤਿਗੁਰਾਂ ਆਖਿਆ, ਪੁਰਖਾ ਕੀ ਨਾਮ ਹੈ? ਕਹਿਣ ਲੱਗੇ, ਜੀ ਭਾਈ ਲਹਿਣਾ। ਮਹਾਰਾਜ ਜੀ ਕਹਿੰਦੇ, ਤੂੰ ਲੈਣਾ ਹੈ ਤੇ ਫਿਰ ਅਸੀਂ ਦੇਣਾ ਹੈ। ਲੈਣ ਵਾਲੇ ਘੋੜੀਆਂ ਤੇ ਹੀ ਚੜ੍ਹ ਕੇ ਆਉਂਦੇ ਹਨ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਸਤਿਗੁਰਾਂ ਦੇ ਦਰਸ਼ਨ ਕਰਕੇ ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਦੀ ਭਗਤੀ ਇਹੋ ਜਿਹੀ ਪਰਪੱਕ ਹੋਈ। ਨਾਲ ਦੇ ਸਾਥੀਆਂ ਨੂੰ ਕਿਹਾ, ਜਾਓ ਭਾਈ, ਤੁਸੀਂ ਜਾਓ ਜਵਾਲਾ ਨੂੰ। ਮੈਨੂੰ ਜੋ ਚਾਹੀਦਾ ਸੀ ਮੇਰੇ ਸਤਿਗੁਰਾਂ ਦੇ ਚਰਨਾਂ ਚੋਂ ਮਿਲ ਗਿਆ ਹੈ। ਹੁਣ ਮੈਨੂੰ ਕਿਸੇ ਹੋਰ ਦਰ ਤੇ ਜਾਣ ਦੀ ਲੋੜ ਨਹੀਂ ਰਹੀ। ਸਾਥੀਆਂ ਨੂੰ ਟੋਰ ਦਿੱਤਾ, ਆਪ ਗੁਰੂ ਚਰਨਾਂ 'ਚ ਹੀ ਰਹੇ। ਮਹਾਰਾਜ ਜੀ ਨੇ ਆਪ ਹੀ ਹੁਕਮ ਕੀਤਾ, ਪੁਰਖਾ ਜਾਓ, ਘਰ ਜਾ ਕੇ ਪਰਿਵਾਰ ਨੂੰ ਮਿਲ ਕੇ ਫਿਰ ਆ ਜਾਣਾ।
ਇਹ ਭਾਵਨਾ ਸੀ ਭਾਈ ਲਹਿਣਾ ਜੀ ਦੀ ਵੀ ਗੁਰੂ ਸਾਹਿਬ ਆਪ ਮੈਨੂੰ ਭੇਜਣ। ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜਾਣੀ ਜਾਣਦੇ ਸਨ। ਘਰ ਗਏ, ਪਰਿਵਾਰ ਨੂੰ ਮਿਲੇ, 1.25 ਮਣ ਲੂਣ ਦੀ ਬੋਰੀ ਲਈ, ਸੀਸ ਤੇ ਧਰੀ। ਮਹਾਰਾਜ ਜੀ ਦਾ ਰਿਸ਼ਤੇ ਵਿੱਚ ਇੱਕ ਭਾਣਜਾ ਸੀ, ਉਹ ਆਇਆ ਗੁਰੂ ਅੰਗਦ ਸਾਹਿਬ ਨੂੰ, ਕਹਿੰਦਾ ਮਹਾਰਾਜ ਘਰ ਵਿੱਚ ਨੌਕਰ ਚਾਕਰ ਨੇ, ਇਹ ਲੂਣ ਦੀ ਪੰਡ ਉਹਨਾਂ ਦੇ ਸਿਰ ਤੇ ਚੁਕਾ ਦੇਣੀ ਹੈ, ਆਪ ਜੀ ਇਹ ਖੇਚਲ ਕਿਉਂ ਕਰਦੇ ਹੋ? ਮਹਾਰਾਜ ਜੀ ਨੇ ਆਖਿਆ ਇਹ ਸੇਵਾ ਅਸੀਂ ਕਰਨੀ ਹੈ, ਸਾਨੂੰ ਦੰਡ ਹੈ। ਅਸੀਂ ਆਪਣੇ ਸਾਹਿਬ ਦੇ ਨਰਾਦਰ ਦੇ ਵਿੱਚ ਘੋੜੀ ਤੇ ਚੜ੍ਹ ਕੇ ਗਏ ਸੀ, ਪਾਤਸ਼ਾਹ ਪੈਦਲ ਚੱਲ ਕੇ ਗਏ ਨੇ, ਇਹ ਪ੍ਰਾਸ਼ਚਿਤ ਕਰਮ ਹੈ। ਮੇਰੇ ਕੋਲੋਂ ਭੁੱਲ ਭਾਵੇਂ ਅਣਜਾਣੇ ਚ ਹੋਈ ਆ, ਪਰ ਭੁੱਲ ਤਾਂ ਹੈ। ਉਹ ਲੂਣ ਦੀ ਪੰਡ ਆਪ ਸਤਿਗੁਰੂ ਜੀ ਨੇ ਸੀਸ ਤੇ ਚੁੱਕੀ, ਖਡੂਰ ਸਾਹਿਬ ਤੋਂ ਪੈਦਲ ਚੱਲ ਕੇ ਮਹਾਰਾਜ ਕਰਤਾਰਪੁਰ ਸਾਹਿਬ ਆਏ। ਅੱਗੇ ਮਾਤਾ ਸੁਲੱਖਣੀ ਜੀ ਘਰ 'ਚ ਬੈਠੇ ਸਨ। ਮਾਤਾ ਸੁਲੱਖਣੀ ਜੀ ਨੂੰ ਵੇਖ ਕੇ ਮਾਤਾ ਜੀ ਨੂੰ ਪੁੱਛਿਆ, ਮਾਤਾ ਜੀ ਇਹ ਲੂਣ ਕਿੱਥੇ ਧਰੀਏ? ਮਾਤਾ ਜੀ ਨੇ ਇਸ਼ਾਰਾ ਕੀਤਾ ਵੀ ਇੱਥੇ ਧਰ ਦਿਓ। ਪੁੱਛਿਆ ਸਾਹਿਬ ਕਿੱਥੇ ਹਨ? ਕਹਿਣ ਲੱਗੇ ਬਾਹਰ ਖੇਤਾਂ ਵਿੱਚ ਜੀਰੀ ਚੋਂ ਘਾਹ ਕਢਾ ਰਹੇ ਨੇ। ਸਤਿਗੁਰੂ ਜੀ ਬਾਹਰ ਖੇਤਾਂ ਵੱਲ ਚਲੇ ਗਏ। ਅੱਗੇ ਗੁਰਸਿੱਖ ਸੇਵਾਦਾਰ ਟਹਿਲ ਕਰ ਰਹੇ ਸਨ। ਸੇਵਾ ਕਰਦਿਆਂ ਨੂੰ ਵੇਖ ਕੇ ਭਾਈ ਲਹਿਣਾ ਜੀ ਕਹਿਣ ਲੱਗੇ ਮਹਾਰਾਜ ਇਹ ਸੇਵਾ ਮੈਂ ਵੀ ਕਰਾਂ। ਚਿੱਕੜ ਦੇ ਵਿੱਚ ਜੀਰੀ 'ਚ ਵੜ ਗਏ, ਘਾਹ ਕੱਢਣ ਲੱਗੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪੁਰਖਾ ਤੂੰ ਘਾਹ ਨਾਲ ਜੀਰੀ ਦੇ ਬੂਟੇ ਵੀ ਪੁੱਟੀ ਜਾਣਾ, ਇਹ ਸੇਵਾ ਨਾ ਕਰ, ਤੂੰ ਆਹ ਕਰ ਵੀ ਆ ਜਿੰਨਾ ਘਾਹ ਹੈ ਇਹਦੀ ਪੰਡ ਬੰਨ ਕੇ ਸਿਰ ਤੇ ਧਰ ਕੇ ਲੈ ਜਾ, ਘਰ ਜਾ ਕੇ ਮਾਲ ਡੰਗਰ ਨੂੰ ਪਸ਼ੂਆਂ ਨੂੰ ਇਹ ਘਾਹ ਝਾੜ ਕੇ ਪਾ ਦੇ। ਕਹਿੰਦੇ ਉਹ ਪੰਡ ਬੰਨ ਕੇ ਘਾਹ ਦੀ ਭਾਈ ਲਹਿਣਾ ਜੀ ਨੇ ਸੀਸ ਤੇ ਚੁੱਕੀ। ਬੜੀ ਕੀਮਤੀ ਦਸਤਾਰ ਬੰਨੀ ਸੀ, ਸਰੀਰ ਤੇ ਬੜੇ ਸੁੰਦਰ ਬਸਤਰ ਕੀਮਤੀ ਧਾਰਨ ਕੀਤੇ ਹੋਏ ਸਨ। ਉਹਦੀ ਪਰਵਾਹ ਨਹੀਂ ਕੀਤੀ। ਪੰਡ ਸਿਰ ਤੇ ਧਰ ਕੇ ਜਦੋਂ ਚੱਲ ਪਏ, ਵਿੱਚੋਂ ਪਾਣੀ ਨੁੱਚੜਦਾ ਹੈ, ਚਿੱਕੜ ਜਿਹੜਾ ਹੈ ਉਹ ਸਰੀਰ ਤੇ ਪੈਂਦਾ। ਨਾਲ ਨਾਲ ਗੁਰੂ ਨਾਨਕ ਪਾਤਸ਼ਾਹ ਆ ਗਏ। ਜਦੋਂ ਉਹ ਘਾਹ ਪਸ਼ੂਆਂ ਨੂੰ ਪਾਣ ਲੱਗੇ ਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ ਪਤੀ ਦੇਵ ਜੀ ਤੁਸੀਂ ਬੰਦਾ ਕੁ ਬੰਦਾ ਤਾਂ ਵੇਖ ਲਿਆ ਕਰੋ, ਇਹ ਕੋਈ ਚੰਗਾ ਸ਼ਾਹੂਕਾਰ ਜਾਪਦਾ ਸੀ ਤੇ ਤੁਸੀਂ ਉਹਦੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ, ਚਿੱਕੜ ਨਾਲ ਭਰ ਦਿੱਤੇ ਹਨ। ਇਹ ਘਾਹ ਦੀ ਪੰਡ ਕਿਸੇ ਹੋਰ ਸੇਵਾਦਾਰ ਨੂੰ ਚੁਕਾ ਦੇਣੀ ਸੀ। ਪਾਤਸ਼ਾਹ ਕਹਿੰਦੇ ਪੰਡ ਇਹੀ ਚੁੱਕ ਸਕਦੇ ਸਨ, ਕੋਈ ਹੋਰ ਨਹੀਂ ਚੁੱਕ ਸਕਦਾ। ਜਿਹੜਾ ਤੁਹਾਨੂੰ ਚਿੱਕੜ ਪਿਆ ਦਿਸਦਾ ਹੈ ਇਹ ਚਿੱਕੜ ਨਹੀਂ ਹੈ ਸੁਲੱਖਣੀ, ਇਹ ਕੇਸਰ ਤੇ ਕੁੰਕਮ ਦਾ ਚਰਚਣ ਹੈ। ਭਾਈ ਲਹਿਣਾ ਜੀ ਗੁਰੂ ਸੇਵਾ ਵਿੱਚ ਇੱਥੇ ਹੀ ਤਤਪਰ ਹੋ ਗਏ। ਗੁਰੂ ਨਾਨਕ ਸਾਹਿਬ ਦੀ ਆਗਿਆ 'ਚ ਚੱਲਦੇ ਹਰ ਵੇਲੇ ਸਤਿਗੁਰਾਂ ਦੇ ਸਨਮੁਖ ਸੇਵਾ 'ਚ ਹਾਜ਼ਰ ਰਹਿੰਦੇ। ਸੇਵਾ ਕਰਦਿਆਂ ਕਰਦਿਆਂ ਸਮਾਂ ਬੀਤਦਾ ਗਿਆ। ਮਾਤਾ ਜੀ ਦੇ ਮਨ ਵਿੱਚ ਇੱਕ ਦਿਨ ਸੰਕਲਪ ਆ ਗਿਆ ਕਿ ਗੁਰੂ ਨਾਨਕ ਸਾਹਿਬ ਆਪਣੇ ਪੁੱਤਰਾਂ ਨਾਲ ਸਨੇਹ ਨਹੀਂ ਕਰਦੇ, ਭਾਈ ਲਹਿਣੇ ਨਾਲ ਵੱਧ ਸਨੇਹ ਕਰਦੇ ਨੇ। ਤੇ ਮਨ ਵਿੱਚ ਇਹ ਵੀ ਸੀ ਵੀ ਕਿਤੇ ਗੁਰਿਆਈ ਨਾ ਇਹਨਾਂ ਨੂੰ ਦੇ ਦੇਣ, ਮੇਰੇ ਪੁੱਤਰ ਖਾਲੀ ਨਾ ਰਹਿ ਜਾਣ। ਮਹਾਰਾਜ ਜੀ ਨੂੰ ਬੇਨਤੀ ਕੀਤੀ। ਸਤਿਗੁਰਾਂ ਆਖਿਆ ਸੁਲੱਖਣੀ ਇਹ ਫੈਸਲਾ ਤਾਂ ਧੁਰ ਦਰਗਾਹ ਤੋਂ ਹੀ ਹੁੰਦਾ, ਸਾਡੇ ਵੱਸ ਵੀ ਨਹੀਂ ਗੁਰਿਆਈ ਕਿਹਨੂੰ ਮਿਲਣੀ ਹੈ। ਇਹ ਫੈਸਲਾ ਤਾਂ ਨਿਰੰਕਾਰ ਦੇ ਘਰੋਂ ਹੀ ਹੋ ਆਇਆ ਹੈ, ਜਿਸ ਦੇ ਵਾਲੇ ਫੈਸਲਾ ਇਹ ਗੁਰਿਆਈ ਉਸੇ ਨੂੰ ਪ੍ਰਾਪਤ ਹੋਣੀ ਹੈ। ਤੇ ਰਹੀ ਗੱਲ ਕਿਉਂ ਅਸੀਂ ਇਹਨਾਂ ਨਾਲ ਸਨੇਹ ਕਰਦੇ ਹਾਂ, ਉਹ ਵੀ ਵੇਖ ਲੈਣਾ। ਦੀਵਾਨ ਸਜਿਆ, ਇੱਕ ਬਿੱਲੀ ਦਰਬਾਰ ਦੇ ਵਿੱਚੋਂ ਲੰਘਣ ਲੱਗੀ, ਉਹਦੇ ਮੂੰਹ 'ਚ ਚੂਹਾ ਸੀ, ਉਹ ਡਿੱਗ ਪਿਆ ਮਰਿਆ ਹੋਇਆ, ਦਰਬਾਰ 'ਚ ਹੀ ਸੱਟ ਕੇ ਡਰ ਕੇ ਭੱਜ ਗਈ। ਮਹਾਰਾਜ ਜੀ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਆਖਿਆ ਵੀ ਇਹ ਚੂਹਾ ਚੁੱਕ ਕੇ ਬਾਹਰ ਸੁੱਟ ਆਓ। ਉਹਨਾਂ ਆਖਿਆ ਪਿਤਾ ਜੀ ਇਹ ਮੇਰਾ ਕੰਮ ਹੈ ਭਲਾ? ਬਾਬਾ ਲਖਮੀ ਦਾਸ ਜੀ ਨੂੰ ਕਿਹਾ, ਉਹਨਾਂ ਨੇ ਵੀ ਜਵਾਬ ਦੇ ਦਿੱਤਾ। ਭਾਈ ਲਹਿਣੇ ਵੱਲ ਬਸ ਵੇਖਿਆ ਹੀ ਆ, ਹਲੇ ਆਖਿਆ ਨਹੀਂ ਸੀ। ਝੱਟ ਉੱਠ ਖਲੋਤੇ, ਕਮਰ ਕੱਸਾ ਕੀਤਾ, ਉਹ ਮਰਿਆ ਹੋਇਆ ਚੂਹਾ ਚੁੱਕ ਕੇ ਦਰਬਾਰ ਚੋਂ ਬਾਹਰ ਸੁੱਟ ਆਏ। ਮਾਤਾ ਸੁਲੱਖਣੀ ਜੀ ਨੇ ਵੇਖਿਆ ਇਹ ਸਾਰਾ ਕੌਤਕ, ਸਮਝ ਗਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਕੀ ਸਮਝਾਉਣਾ ਚਾਹੁੰਦੇ ਹੈ। ਫਿਰ ਟੁਰੇ ਜਾਣ। ਚਿੱਕੜ ਦਾ ਭਰਿਆ
ਇੱਕ ਟੋਆ ਹੈ, ਉਹਦੇ ਵਿੱਚ ਮਹਾਰਾਜ ਜੀ ਨੇ ਆਪਣੇ ਹੱਥ ਵਾਲਾ ਇੱਕ ਕਟੋਰਾ ਸੁੱਟ ਦਿੱਤਾ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ ਜਾਓ ਛਾਲ ਮਾਰ ਕੇ ਕੱਢ ਲਿਆਓ। ਕਹਿਣ ਲੱਗੇ ਮਹਾਰਾਜ ਮੇਰੇ ਬਸਤਰ ਮੈਲੇ ਹੋਣਗੇ, ਚਿੱਕੜ ਵਿੱਚ ਛਾਲ ਮਾਰਦੇ ਚੰਗੇ ਲੱਗਦੇ ਆ, ਤੁਹਾਡੇ ਪੁੱਤਰ ਆ ਅਸੀਂ। ਬਾਬੇ ਲਖਮੀ ਦਾਸ ਜੀ ਨੂੰ ਕਿਹਾ, ਕਹਿਣ ਲੱਗੇ ਜੀ ਕਿਸੇ ਸੇਵਾਦਾਰ ਨੂੰ ਭੇਜ ਕੇ ਕਢਾ ਲੈਨੇ ਆ। ਭਾਈ ਲਹਿਣਾ ਜੀ ਨੂੰ ਆਖਿਆ, ਤਨ ਤੇ ਪਾਏ ਕੀਮਤੀ ਕੱਪੜਿਆਂ ਦੀ ਪਰਵਾਹ ਨਾ ਕੀਤੀ, ਝਟ ਛਾਲ ਮਾਰੀ, ਉਸ ਚਿੱਕੜ ਚੋਂ ਕਟੋਰਾ ਕੱਢ ਕੇ ਧੋ ਕੇ ਮਹਾਰਾਜ ਜੀ ਨੂੰ ਭੇਟ ਕੀਤਾ। ਇਹ ਸਾਰੇ ਕੌਤਕ ਮਾਤਾ ਸੁਲੱਖਣੀ ਜੀ ਵੇਖ ਰਹੇ ਹਨ। ਭਾਈ ਲਹਿਣਾ ਜੀ ਇਸੇ ਪ੍ਰਕਾਰ ਨਾਲ ਗੁਰੂ ਸੇਵਾ ਵਿੱਚ ਤਤਪਰ ਹਨ। ਜੇ ਅੱਧੀ ਰਾਤ ਦਾ ਵੇਲਾ ਕਿਹਾ ਜਾਓ ਚਾਦਰਾਂ ਧੋ ਕੇ ਸੁਕਾ ਕੇ ਲਿਆਓ, ਪੋਹ ਦੀਆਂ ਸਰਦ ਰਾਤਾਂ ਵਿੱਚ ਉਹ ਚਾਦਰਾਂ ਸਤ ਬਚਨ ਕਹਿ ਕੇ ਲੈ ਕੇ ਜਾਂਦੇ ਐ, ਧੋ ਕੇ ਮਹਾਰਾਜ ਜੀ ਦੇ ਚਰਨਾਂ 'ਚ ਸੁਕਾ ਕੇ ਲੈ ਕੇ ਆਉਂਦੇ ਐ। ਇਸ ਪ੍ਰਕਾਰ ਹਰ ਵੇਲੇ ਹੀ ਸਤਿਗੁਰਾਂ ਦੀ ਆਗਿਆ 'ਚ ਇੱਕ ਵਾਰੀ ਬਾਬਾ ਬੁੱਢਾ ਸਾਹਿਬ ਜੀ ਦੇ ਮਨ 'ਚ ਵੀ ਸੰਕਲਪ ਆ ਗਿਆ ਕਿ ਸੇਵਾ ਤਾਂ ਮੈਂ ਵੀ ਕਰਦਾ ਸਤਿਗੁਰਾਂ ਦੀ, ਪਰ ਸਤਿਗੁਰੂ ਜੀ ਭਾਈ ਲਹਿਣੇ ਨਾਲ ਜ਼ਿਆਦਾ ਪ੍ਰੇਮ ਕਰਦੇ। ਮਹਾਰਾਜ ਜਾਣੀ ਜਾਣ ਸਨ। ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦਾ ਇਹ ਸ਼ੰਕਾ ਨਿਵਾਰਨਾ ਸੀ। ਅੱਧੀ ਕੁ ਰਾਤ ਬੀਤੀ ਤੇ ਮਹਾਰਾਜ ਜੀ ਕਹਿੰਦੇ, ਬਾਬਾ ਬੁੱਢਾ ਜੀ ਵੇਖੋ ਬਾਹਰ ਕਿੰਨੀ ਕੁ ਰਾਤ ਬੀਤੀ ਹੈ। ਕਹਿਣ ਲੱਗੇ ਜੀ ਅੱਧੀ ਰਾਤ। ਮਹਾਰਾਜ ਕਹਿੰਦੇ ਨਹੀਂ ਸਾਨੂੰ ਤਾਂ ਲੱਗਦਾ ਅੰਮ੍ਰਿਤ ਵੇਲਾ ਹੋ ਗਿਆ ਹੋਣਾ, ਦੁਬਾਰਾ ਵੇਖੋ। ਬਾਬਾ ਜੀ ਫਿਰ ਗਏ ਬਾਹਰ, ਵੇਖ ਕੇ ਆਏ, ਮਹਾਰਾਜ ਅੱਧੀ ਰਾਤ ਹੀ ਬੀਤੀ ਹੈ, ਮੈਂ ਚੰਗੀ ਤਰ੍ਹਾਂ ਤਾਰੇ ਵੇਖ ਆਇਆ। ਮਹਾਰਾਜ ਜੀ ਕਹਿੰਦੇ ਨਹੀਂ ਸਾਨੂੰ ਲੱਗਦਾ ਸਮਾਂ ਵੱਧ ਬੀਤ ਗਿਆ ਹੋਣਾ। ਭਾਈ ਲਹਿਣੇ ਨੂੰ ਆਵਾਜ਼ ਮਾਰੀ, ਬਾਬਾ ਬੁੱਢਾ ਸਾਹਿਬ ਕਹਿੰਦੇ ਨਹੀਂ ਮਹਾਰਾਜ ਇੰਨਾ ਹੀ ਬੀਤਿਆ ਸਮਾਂ ਜਿੰਨਾ ਮੈਂ ਦੱਸਿਆ। ਭਾਈ ਲਹਿਣਾ ਜੀ ਤੁਸੀਂ ਵੇਖੋ। ਭਾਈ ਲਹਿਣਾ ਜੀ ਗਏ, ਨਿਗਾਹ ਮਾਰੀ ਵੀ ਰਾਤ ਤਾਂ ਅੱਧੀ ਬੀਤੀ, ਆ ਕੇ ਦੱਸਿਆ ਮਹਾਰਾਜ ਅੱਧੀ ਰਾਤ ਬੀਤੀ ਹੈ। ਪਾਤਸ਼ਾਹ ਕਹਿਣ ਲੱਗੇ ਨਹੀਂ ਪੁਰਖਾ ਧਿਆਨ ਨਾਲ ਜਾ ਕੇ ਵੇਖ, ਸਾਨੂੰ ਜਾਪ ਦਾ ਸਮਾਂ ਵੱਧ ਹੋ ਗਿਆ। ਜਾ ਕੇ ਬਾਹਰ ਨਿਗਾਹ ਮਾਰੀ ਤੇ ਸੋਚਿਆ ਵੀ ਜੇ ਗੁਰੂ ਪਾਤਸ਼ਾਹ ਇਹ ਬਚਨ ਪਏ ਕਰਦੇ ਨੇ ਕੋਈ ਰਮਜ ਹੈ। ਅੰਦਰ ਆਏ, ਕਹਿਣ ਲੱਗੇ ਮਹਾਰਾਜ ਮਾਫ ਕਰਿਓ, ਖਿਮਾ ਕਰਿਓ ਮਹਾਰਾਜ, ਨੀਂਦਰ ਵਿੱਚ ਸੀ ਸਹੀ ਤਰ੍ਹਾਂ ਵੇਖ ਨਹੀਂ ਸਕਿਆ, ਮੈਨੂੰ ਨਹੀਂ ਪਤਾ ਕਿੰਨੀ ਰਾਤ ਬੀਤੀ, ਜਿੰਨੀ ਤੁਸੀਂ ਬਤੀਤ ਕਰਾਈ ਆ ਉਨੀ ਬੀਤ ਗਈ ਹੈ, ਜਿੰਨੀ ਰੱਖੀ ਆ ਉਨੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਚੋਜ ਵਰਤਾਇਆ, ਬਾਬਾ ਬੁੱਢਾ ਸਾਹਿਬ ਜੀ ਦੇ ਮਨ ਚੋਂ ਵੀ ਸ਼ੰਕਾ ਨਿਰਵਿਰਤ ਹੋ ਗਿਆ। ਸਮਾਂ ਬੀਤਦਾ ਗਿਆ, ਅਖੀਰ ਨੂੰ ਬੜੀ ਵੱਡੀ ਕਰੜੀ ਪ੍ਰੀਖਿਆ ਸੀ। ਪਾਤਸ਼ਾਹ ਨੇ ਬਹੁਤ ਸੰਗਤ ਆਈ ਹੋਈ, ਸਿੱਖੀ ਦੀ ਪਰਖ ਕਰਨੀ ਹੈ। ਆਖਿਆ ਭਾਈ ਜਿੰਨੇ ਵੀ ਸੰਗਤ ਆਈ ਹੈ, ਕਈ ਤਾਂ ਲੰਗਰ ਦੇ ਹੀ ਪਿਆਰੇ ਸਨ। ਕਹਿਣ ਲੱਗੇ ਭਾਈ ਹੁਣ ਸਾਰਿਆਂ ਨੇ ਖੇਤਾਂ 'ਚ ਹਲ ਵਾਹੁਣੇ, ਖੇਤਾਂ 'ਚ ਹਲ ਵਾਹਣ ਦਾ ਹੁਕਮ ਕੀਤਾ। ਹੁਣ ਜਿਹੜੇ ਹਲ ਵਾਹਣ ਵਾਲੇ ਜਿਹੜੇ ਲੰਗਰ ਦੇ ਹੀ ਪਿਆਰੇ ਸੋ ਉਹਨਾਂ ਆਖਿਆ ਵੀ ਜੇ ਹਾਲੀ ਵਾਹੁਣੇ ਆ ਤੇ ਆਪਣੇ ਘਰ ਜਾ ਕੇ ਵਾਵਾਂਗੇ। ਕੁਝ ਕੁ ਤਾਂ ਉਦੋਂ ਚਲੇ ਗਏ। ਹੁਕਮ ਕੀਤਾ ਵੀ ਲੰਗਰ ਹੁਣ ਇੱਕ ਟਾਈਮ ਪੱਕਿਆ ਕਰੇ, ਅੱਗੇ 2 ਵੇਲੇ ਪੱਕਦਾ ਸੀ। ਕਈ ਫਿਰ ਚਲੇ ਗਏ ਵੀ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਪ੍ਰਸ਼ਾਦਾ ਨਾ ਮਿਲੇ ਤਾਂ ਵੀ ਔਖਾ ਹੈ। ਫਿਰ ਹੁਕਮ ਹੋਇਆ ਇੱਕ ਦਿਨ ਛੱਡ ਕੇ ਭੋਜਨ ਬਣੇ, ਕਈ ਹੋਰ ਚਲੇ ਗਏ। ਫਿਰ 2 ਦਿਨ ਛੱਡ ਕੇ ਜਿਹੜੇ ਤੇ ਇਕੱਲੇ ਲੰਗਰ ਨਾਲ ਹੀ ਪ੍ਰੇਮ ਕਰਨ ਵਾਲੇ ਉਹ ਚਲੇ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਹੁਣ ਲੰਗਰ ਵਾਲੇ ਨਹੀਂ ਰਹਿ ਗਏ, ਇਕੱਲੇ ਹੁਣ ਸੇਵਾ ਭਾਵ ਵਾਲੇ ਨੇ। ਆਖਿਆ ਹੁਣ ਰੋਜ਼ਾਨਾ ਚਲਾਓ 8 ਪਹਿਰ ਲੰਗਰ। ਫਿਰ ਚੱਲਣ ਲੱਗ ਪਿਆ। ਫਸਲ ਬਣ ਗਈ, ਤਿਆਰ ਹੋ ਗਈ, ਪੱਕ ਗਈ। ਵੱਢ ਕੇ ਜਦੋਂ ਢੇਰ ਲਾਇਆ ਤੇ ਮਹਾਰਾਜ ਜੀ ਜਾ ਕੇ ਵੇਖਿਆ। ਸਿੱਖਾਂ ਆਖਿਆ ਮਹਾਰਾਜ ਹੁਣ ਕੀ ਹੁਕਮ ਹੈ? ਪਾਤਸ਼ਾਹ ਕਹਿੰਦੇ ਅੱਗ ਲਾ ਕੇ ਸਾੜ ਦੇ। ਬੜੇ ਹੈਰਾਨ ਹੋਏ ਵੀ ਇੰਨੀ ਮਿਹਨਤ ਨਾਲ ਫਸਲ ਪਕਾਈ ਹੈ ਤੇ ਹੁਣ ਕਹਿੰਦੇ ਆ ਸਾੜ ਦਿਓ। ਕਈ ਉਦੋਂ ਵੀ ਸ਼ੰਕਾ ਕਰਕੇ ਚਲੇ ਗਏ। ਕਈ ਕਹਿਣ ਲੱਗੇ ਵੀ ਫਸਲ ਗੁਰੂ ਦੀ ਹੈ, ਗੁਰੂ ਰੱਖੇ ਭਵੇਂ ਸਾੜੇ, ਦਾ ਗੁਰੂ ਦੀ ਮਰਜ਼ੀ, ਸਾਡਾ ਕੰਮ ਹੈ ਹੁਕਮ ਮੰਨਣਾ। ਅੱਗ ਲਾਈ ਤੇ ਸਾੜ ਦਿੱਤੀ। ਪਾਤਸ਼ਾਹ ਨੇ ਸ਼ਿਕਾਰੀ ਦਾ ਰੂਪ ਬਣਾਇਆ। ਕਈ ਉਦੋਂ ਵੇਖ ਕੇ ਭਰਮ ਗਏ ਵੀ ਇਹ ਕੀ ਗੁਰੂ ਸਾਹਿਬ ਨੂੰ ਹੋ ਗਿਆ। ਤੇ ਪਾਤਸ਼ਾਹ ਸਾਰੀ ਸੰਗਤ ਨੂੰ ਨਾਲ ਲੈ ਟੁਰੇ। ਰਸਤੇ ਵਿੱਚ ਕਿਸੇ ਨੂੰ ਸੋਨਾ, ਕਿਸੇ ਨੂੰ ਚਾਂਦੀ, ਰੁਪਈਏ ਵਿਖਾ ਕੇ ਸਭ ਚਲੇ ਗਏ।
ਅਖੀਰ ਨੂੰ ਕੇਵਲ 3 ਸਿੱਖ ਰਹਿ ਗਏ ਸਤਿਗੁਰਾਂ ਦੇ ਨਾਲ, ਬਾਬਾ ਬੁੱਢਾ ਸਾਹਿਬ, ਭਾਈ ਭਗੀਰਥ ਜੀ ਔਰ ਭਾਈ ਲਹਿਣਾ ਜੀ। ਵੇਖਿਆ ਇੱਕ ਮੁਰਦਾ ਪਿਆ ਹੋਇਆ, ਹੁਕਮ ਕੀਤਾ ਜਾਓ ਇਹ ਮੁਰਦਾ ਖਾਓ। ਬਾਬਾ ਜੀ ਕਹਿਣ ਲੱਗੇ ਮਹਾਰਾਜ ਇਹ ਮੁਰਦਾ ਕਿਵੇਂ ਖਾਈਏ, ਇਹ ਤਾਂ ਨਹੀਂ ਖਾ ਹੋਣਾ। ਮਹਾਰਾਜ ਜੀ ਕਹਿੰਦੇ ਨਾਲੇ ਸਿੱਖੋ, ਫਿਰ ਸਿੱਖ ਦਾ ਕਰਮ ਹੈ ਹੁਕਮ ਮੰਨਣਾ, ਮੰਨੋ। ਕਹਿੰਦੇ ਜੀ ਇਹ ਨਹੀਂ ਅਸੀਂ ਖਾ ਸਕਦੇ, ਸਿੱਖ ਅਸੀਂ ਹਾਂ ਤੁਹਾਡੇ। ਮਹਾਰਾਜ ਜੀ ਦੇ ਹੱਥ ਵਿੱਚ ਮੋਟਾ ਸੋਟਾ ਸੀ। ਪਾਤਸ਼ਾਹ ਨੇ ਜਦੋਂ ਵਗਾਵਾ ਮਾਰਿਆ, ਬਾਬਾ ਬੁੱਢਾ ਸਾਹਿਬ ਤੇ ਭਾਈ ਭਗੀਰਥ ਜੀ ਅੱਗੇ ਲੱਗ ਕੇ ਦੌੜ ਪਏ, ਕੱਲੇ ਭਾਈ ਲਹਿਣਾ ਜੀ ਰਹਿ ਗਏ। ਹੱਥ ਜੋੜ ਕੇ ਸਤਿਗੁਰਾਂ ਦੇ ਸਨਮੁਖ ਸੀਸ ਨਿਵਾ ਕੇ ਖੜੇ ਹਨ। ਗਰੀਬ ਨਵਾਜ ਕਹਿੰਦੇ ਪੁਰਖਾ ਤੈਂ ਨਹੀਂ ਗਿਆ। ਮਹਾਰਾਜ ਮੈਂ ਕਿੱਥੇ ਜਾਵਾਂ, ਮੇਰਾ ਤਾਂ ਤੁਹਾਡੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ। ਕਿਸ ਹੀ ਕੋਈ ਕੋਏ ਮੰਝ ਨਿਵਾਣੀ ਇੱਕ ਤੂੰ, ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ। ਹੇ ਗੁਰੂ ਨਾਨਕ ਸਾਹਿਬ ਮੈਂ ਨਿਵਾਣੀ ਦੇ ਆਸਰੇ ਤਾਂ ਤੁਸੀਂ ਹੋ, ਮੈਂ ਤੁਹਾਡੇ ਚਰਨ ਛੱਡ ਕੇ ਕਿੱਥੇ ਜਾਵਾਂ। ਮਹਾਰਾਜ ਜੀ ਕਹਿੰਦੇ ਫਿਰ ਕੀ ਕਰਨਾ ਹੈ। ਮਹਾਰਾਜ ਆਪ ਜੀ ਦਾ ਹੁਕਮ ਮੰਨਣਾ ਹੈ। ਫਿਰ ਮੰਨੋ ਹੁਕਮ, ਆ ਸਾਹਮਣੇ ਪਿਆ ਮੁਰਦਾ ਹੈ, ਇਹ ਖਾਵਣਾ ਪਵੇਗਾ। ਮਹਾਰਾਜ 7 ਬਚਨ ਮੁਰਦੇ ਕੋਲ ਜਾ ਖਲੋਤੇ, ਕਹਿੰਦੇ ਪੁਰਖਾ ਕੀ ਵੇਖਦਾ, ਖਾਂਦਾ ਨਹੀਂ। ਮਹਾਰਾਜ ਤੁਹਾਡਾ ਹੁਕਮ ਉਡੀਕਦਾ ਵੀ ਕਿੱਧਰੋਂ ਸ਼ੁਰੂ ਕਰਾਂ। ਕਹਿਣ ਲੱਗੇ ਪੈਰਾਂ ਤੋਂ ਲੈ ਕੇ ਸਿਰ ਤਾਈਂ ਸਾਰਾ ਹੀ ਖਾ ਜਾ। ਕਹਿੰਦੇ ਜਦੋਂ ਚਾਦਰਾ ਚੁੱਕਿਆ ਤੇ ਉੱਥੇ ਮੁਰਦਾ ਨਹੀਂ ਹੈ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਇਹ ਅਸਚਰਜ ਕੌਤਕ ਬਾਬਾ ਬੁੱਢਾ ਸਾਹਿਬ ਜੀ ਹੋਣੀ ਉਹਲੇ ਲੁੱਕੇ ਹੋਏ ਸੀ ਝਾੜਾਂ ਦੇ ਵੇਖ ਰਹੇ ਨੇ। ਕਿਣਕਾ ਮਾਤਰ ਹੀ ਸਾਨੂੰ ਬਖਸ਼ ਦੇਣ, ਗੁਰੂ ਚਰਨਾਂ ਨਾਲ ਸਾਡੇ ਅੰਦਰ ਐਸੀ ਪ੍ਰੀਤ ਬਣ ਆਵੇ। ਜਿਸ ਪਿਆਰੇ ਸਿਉ ਨੇਹੋ, 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 ਜਿਸ ਪਿਆਰੇ ਸਿਉ ਨੇਹੋ। ਤਿਸ ਆਗਾ ਮਰ ਚੱਲੀਐ, ਤਿਸ ਆਗਾ ਮਰ ਚੱਲੀਐ, ਤਿਸ ਆਗਾ ਮਰ ਚੱਲੀਐ, ਤਿਸ ਆਗਾ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ। ਤਾਕੈ ਪਾਛੈ ਜੀਵਣਾ, ਤਾਕੈ ਪਾਛੈ ਜੀਵਣਾ, ਤਾਕੈ ਪਾਛੈ ਜੀਵਣਾ, ਤਾਕੈ ਪਾਛੈ ਜੀਵਣਾ। ਐਸਾ ਪ੍ਰੇਮ। ਕਹਿੰਦੇ ਜਦੋਂ ਪਾਤਸ਼ਾਹ ਸੱਚਖੰਡ ਚਲੇ ਗਏ ਨਾ, ਧੰਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਹੁਕਮ ਕੀਤਾ ਤੁਸੀਂ ਖਡੂਰ ਸਾਹਿਬ ਜਾਓ। ਖਡੂਰ ਸਾਹਿਬ ਆ ਗਏ। ਮਾਤਾ ਭਰਾਈ ਦੇ ਘਰ ਜਾ ਕੇ ਇੱਕ ਕੋਠੇ 'ਚ ਪ੍ਰਵੇਸ਼ ਕੀਤਾ। ਮਾਤਾ ਨੂੰ ਕਿਹਾ ਬਾਹਰੋਂ ਦਰਵਾਜ਼ਾ ਚਿਣ ਦੇ। ਮਾਤਾ ਆਖੇ ਚਿੜਨਾ ਕਾਹਨੂੰ ਹੈ। ਪਾਤਸ਼ਾਹ ਕੁਝ ਨਹੀਂ ਬੋਲੇ। ਮਾਤਾ ਜੀ ਨੇ ਆਖਿਆ ਕਿ ਗੁਰੂ ਸਾਹਿਬ ਦਾ ਹੁਕਮ ਹੈ, ਤੋ ਮਾਈ ਭਰਾਈ ਨੇ ਦਰਵਾਜ਼ਾ ਚਿਣ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸੱਚਖੰਡ ਗਿਆ 6 ਮਹੀਨੇ ਬੀਤ ਗਏ। ਸੰਗਤ ਬੇਬਲ ਵਿਆਕੁਲ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ। ਬਾਬਾ ਬੁੱਢਾ ਸਾਹਿਬ ਜੀ ਕੋਲ ਸਿੱਖ ਗਏ। ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਜਾ ਕੇ ਬੇਨਤੀ ਕੀਤੀ, ਬਾਬਾ ਜੀ ਨੇ ਨਿਗਾਹ ਮਾਰੀ, ਸੰਗਤ ਨੂੰ ਨਾਲ ਲੈ ਕੇ ਖਡੂਰ ਸਾਹਿਬ ਆਏ। ਮਾਈ ਭਰਾਈ ਨੂੰ ਪੁੱਛਿਆ, ਮਾਈ ਹੁਣ ਬੋਲੇ ਨਾ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਨਹੀਂ ਸੀ। ਸਮਝ ਗਏ ਵੀ ਇੱਥੇ ਹੀ ਨੇ।
ਦਰਵਾਜ਼ਾ ਚੜਿਆ ਹੋਇਆ ਵੇਖਿਆ। ਦਰਵਾਜ਼ਾ ਖੋਲ ਕੇ ਬਾਬਾ ਬੁੱਢਾ ਸਾਹਿਬ ਜੀ ਅੰਦਰ ਗਏ। 6 ਮਹੀਨਿਆਂ ਤੋਂ ਗੁਰਦੇਵ ਨੇ ਕੁਝ ਛਕਿਆ ਨਹੀਂ ਸੀ। ਅਡੋਲ ਸਮਾਧੀ 'ਚ ਬੈਠੇ ਰਹੇ, ਨਾ ਜਲ ਪਾਣੀ ਨਾ ਭੋਜਨ। ਚਿਹਰਾ ਪੀਲਾ ਹੋ ਚੁੱਕਾ ਸੀ, ਕਿਉਂਕਿ ਪ੍ਰੇਮਾਤੁਰ ਹੋਏ ਗੁਰਮੁਖਾਂ ਦੀ 9 ਪ੍ਰਕਾਰ ਦੀਆਂ ਨਿਸ਼ਾਨੀਆਂ ਦੱਸੀਆਂ ਹਨ। ਉਹਨਾਂ ਵਿੱਚੋਂ ਇੱਕ ਨਿਸ਼ਾਨੀ ਚਿਹਰਾ ਪੀਲਾ ਪੈ ਜਾਣ ਦੀ ਹੈ। ਨਿੰਦਰਾ ਘਟ ਜਾਂਦੀ ਹੈ, ਭੁੱਖ ਨਹੀਂ ਲੱਗਦੀ ਹੈ, ਪਿਆਸ ਨਹੀਂ ਵਿਆਪਦੀ। ਇਹੋ ਜਿਹੇ ਪ੍ਰੇਮ 'ਚ ਭਿੱਜੇ ਬੈਠੇ ਸਨ। ਜਾ ਕੇ ਬਾਬਾ ਬੁੱਢਾ ਸਾਹਿਬ ਨੇ ਚਰਨ ਫੜੇ। ਮਹਾਰਾਜ ਜੀ ਨੇ ਆਖਿਆ, ਬਾਬਾ ਬੁੱਢਾ ਜੀ ਇਹ ਕਿਆ ਕੀਤਾ? ਮਹਾਰਾਜ ਸੰਗਤ ਬੇਬਲ ਹੈ ਬਾਹਰ, ਆਪ ਜੀ ਕਿਰਪਾ ਕਰਕੇ ਸੰਗਤ ਨੂੰ ਦਰਸ਼ਨ ਦਿਓ। ਬਾਹਰ ਆਏ ਤੇ ਗੁਰਦੇਵ ਨੇ ਗੱਦੀ ਤੇ ਬੈਠਦਿਆਂ ਦਰਸ਼ਨ ਦੇਂਦਿਆਂ ਗੁਰੂ ਨਾਨਕ ਸਾਹਿਬ ਪ੍ਰਤੀ ਆਪਣਾ ਪ੍ਰੇਮ ਪ੍ਰਗਟ ਕਰਦਿਆਂ ਇਹ ਪਾਵਨ ਸ਼ਲੋਕ ਉਚਾਰਿਆ ਸੀ। ਜਿਸ ਪਿਆਰੇ ਸਿਉਂਦੇ ਹੋ ਤਿਸ ਆਗੈ ਮਰ ਚੱਲੀਐ। ਜਿਸ ਪਿਆਰੇ ਨਾਲ ਨੇਹ ਹੋਵੇ, ਪ੍ਰੇਮ ਹੋਵੇ, ਉਹਦੇ ਤੋਂ ਪਹਿਲਾਂ ਅੱਗੇ ਪਹਿਲਾਂ ਹੀ ਮਰ ਜਾਣਾ ਚਾਹੀਦਾ ਹੈ। ਤ੍ਰਿਗ ਜੀਵਨ ਸੰਸਾਰ, ਉਹਦੇ ਪਿੱਛੋਂ ਜੀਵਨਾ ਤ੍ਰਿਗ ਹੈ। ਇਹ ਪਾਤਸ਼ਾਹ ਨੇ ਸ਼ਲੋਕ ਉਚਾਰਿਆ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਤਰਸ ਕਰੋ ਆਪਣੇ ਭਰੇ ਪ੍ਰੇਮ ਭਰੇ ਹਿਰਦੇ ਵਿੱਚੋਂ। ਕਿੜਕਾ ਮਾਤਰ ਸਾਨੂੰ ਵੀ ਬਖਸ਼ ਦਿਓ। ਅੰਮ੍ਰਿਤ ਵੇਲੇ ਜਗਤ ਗੁਰੂ ਪਾਤਸ਼ਾਹ ਨੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਬੋਏ ਥਾ ਬਾਣੀ ਕਾ ਬੋਏ ਥਾ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਤਲੰਗ ਘਰ ਦੂਜਾ ਮਹੱਲਾ ਪੰਜਵਾ। ਤੁਧ ਬਿਨ ਦੂਜਾ ਨਾਹੀ ਕੋਈ। ਰਾਗ ਤਲੰਗ ਹੈ। ਤਿਮਰ ਲਿੰਗ ਦੇ ਇਲਾਕੇ ਦਾ ਇਹ ਰਾਗ ਹੈ। ਸੂਫੀਆਨਾ ਰਾਗ ਹੈ ਤਿਲੰਗ। ਸੂਫੀ ਇਸ ਰਾਗ ਨੂੰ ਬੜਾ ਹੀ ਪਿਆਰ ਕਰਦੇ। ਰਾਗ ਸੂਈ ਤੇ ਰਾਗ ਤਿਲੰਗ। ਤਿਮਰ ਲਿੰਗ ਦੇ ਇਲਾਕੇ ਦਾ ਅਫਗਾਨਿਸਤਾਨ ਦੇ ਇਲਾਕੇ ਵਿੱਚ ਇਹ ਰਾਗ ਵੱਧ ਗਾਇਆ ਜਾਂਦਾ ਹੈ। ਤੋ ਤਿਲੰਗ ਵੈਰਾਗਮਈ ਰਾਗ ਹੈ, ਸੂਫੀਆਨਾ ਰਾਗ ਹੈ। ਰਹੇ ਨੇ। ਤੁਧ ਬਿਨ ਦੂਜਾ ਨਾਹੀ ਕੋਏ। ਹੇ ਵਾਹਿਗੁਰੂ ਤੇਰੇ ਬਿਨਾ ਕੋਈ ਦੂਜਾ ਨਹੀਂ ਹੈ। ਤੇਰੇ ਬਿਨਾ ਕੋਈ ਦੂਜਾ ਨਹੀਂ ਹੈ। ਜਿਵੇਂ ਗੁਰੂ ਅੰਗਦ ਸਾਹਿਬ ਨੇ ਕਿਹਾ ਨਾ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਮੇਰਾ ਤੁਹਾਡੇ ਬਿਨਾ ਕੋਈ ਨਹੀਂ ਹੈ। ਕਿਸੇ ਦਾ ਕੋਈ ਆਸਰਾ, ਮੇਰੇ ਤਾਂ ਤੁਸੀਂ ਆਸਰੇ ਹੋ। ਉਸ ਅਵਸਥਾ 'ਚ ਟਿਕ ਕੇ ਅਵਸਥਾ ਬਣਦੀ ਹੈ। ਮਹਾਰਾਜ ਤੁਹਾਡੇ ਬਿਨਾ ਕੋਈ ਦੂਜਾ ਨਹੀਂ ਹੈ। ਮਹਾਰਾਜ ਸਾਡੇ ਤੇ ਤਰਸ ਕਰੋ, ਦਇਆ ਕਰੋ, ਸਾਨੂੰ ਕੋਈ ਦੂਜਾ ਵਿਖਾਲੋ ਹੀ ਨਾ। ਮਹਾਰਾਜ ਸਾਡੇ ਤੇ ਦਇਆ ਕਰੋ, ਇਹ ਤਰਸ ਕਰੋ ਵੀ ਤੁਹਾਡੇ ਬਿਨਾ ਕੋਈ ਦੂਜਾ ਦਿਸੇ ਹੀ ਨਾ ਸਾਨੂੰ। ਜਿਵੇਂ ਭਾਈ ਕਨਈਆ ਜੀ ਨੂੰ ਸਰਬ ਤਰਫਾਂ ਵਿੱਚ ਤੂੰ ਹੀ ਤੂੰ ਦਿਸਦਾ। ਉਹ ਕਹਿੰਦੇ ਮਹਾਰਾਜ ਕੀ ਕਰਾਂ, ਜਦੋਂ ਹਰ ਪਾਸੇ ਤੁਸੀਂ ਪਾਣੀ ਮੰਗਦੇ ਹੋ ਤੇ ਤੁਹਾਨੂੰ ਹੀ ਪਾਣੀ ਪਿਲਾਉਣਾ। ਮੈਨੂੰ ਨਹੀਂ ਜੇ ਕੋਈ ਦਿਸਦਾ ਕਿਹੜਾ ਮੁਸਲਮਾਨ ਹੈ, ਕਿਹੜਾ ਪਹਾੜੀ ਹੈ, ਕਿਹੜਾ ਸਿੰਘ ਹੈ। ਮੈਨੂੰ ਤਾਂ ਸਾਰਿਆਂ ਵਿੱਚ ਤੁਸੀਂ ਨਜ਼ਰ ਆਉਂਦੇ ਹੋ। ਤੋ ਤੁਧ ਬਿਨ ਦੂਜਾ ਨਾਹੀ ਕੋਏ। ਮਹਾਰਾਜ ਤੁਹਾਡੇ ਬਿਨਾ ਮੇਰਾ ਕੋਈ ਦੂਸਰਾ ਆਸਰਾ ਨਹੀਂ। ਤੂੰ ਕਰਤਾਰੂ ਕਰਹਿ ਸੋ ਹੋਏ। ਹੇ ਵਾਹਿਗੁਰੂ ਤੂੰ ਕਰਤਾਰ ਹੈ, ਸਾਰੇ ਜਗਤ ਦਾ ਸੁਆਮੀ ਹੈ,
ਸਾਰੇ ਜਗਤ ਦਾ ਮਾਲਕ ਹੈ, ਤੂੰ ਕਰਤਾਰ, ਸਾਰੇ ਜਗਤ ਦਾ ਸੁਆਮੀ, ਸਾਰੇ ਜਗਤ ਨੂੰ ਕਰਨ ਵਾਲਾ। ਕਰਤਾਰ ਦਾ ਮਤਲਬ ਹੁੰਦਾ ਹੈ ਜਿਸ ਦੇ ਹੱਥ ਵਿੱਚ ਸਭ ਦੀ ਡੋਰ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਇਹ ਪਾਵਨ ਸ਼ਬਦ ਬੜਾ ਹੀ ਪਿਆਰਾ ਲੱਗਦਾ ਸੀ। ਜਿੱਥੇ ਜਾਂਦੇ ਉੱਚੀ ਆਵਾਜ਼ 'ਚ ਜਾ ਕੇ ਇੱਕੋ ਨਾਰਾ ਆਪਣੀ ਰਸਨਾ ਤੋਂ ਬੋਲਦੇ, ਕਹਿੰਦੇ ਸਨ ਸਤ ਕਰਤਾਰ, ਸਤ ਕਰਤਾਰ। ਮਰਦਾਨਿਆਂ ਵੇਖ ਰੰਗ ਕਰਤਾਰ ਦੇ, ਮਰਦਾਨਿਆਂ ਬਾਣੀ ਆਈ ਹੈ ਕਰਤਾਰ ਦੇ ਘਰੋਂ, ਰਬਾਬ ਛੇੜ ਕਰਤਾਰ। ਕਰ ਨਾਮ ਹੁੰਦਾ ਹੱਥ ਦਾ, ਤਾਰ ਨਾਮ ਹੁੰਦਾ ਡੋਰੀ ਦਾ। ਜਿਹਦੇ ਹੱਥ ਵਿੱਚ ਡੋਰ ਹੋਵੇ ਉਹਨੂੰ ਕਹਿੰਦੇ ਨੇ ਕਰਤਾਰ। ਜੇ ਕਦੇ ਕਿਤੇ ਭਾਈ ਮਰਦਾਨੇ ਨੇ ਪੁੱਛਣਾ, ਬਾਬਾ ਹੁਣ ਕਿੱਧਰ ਨੂੰ ਜਾਣਾ, ਤੇ ਮੇਰੇ ਸਾਹਿਬ ਇਹ ਨਹੀਂ ਸੀ ਕਹਿੰਦੇ ਵੀ ਆਪਾਂ ਫਲਾਣੀ ਥਾਂ ਚੱਲਾਂਗੇ, ਹੁਣ ਉੱਥੇ ਦਾ ਪ੍ਰੋਗਰਾਮ ਬਣਾਈਏ। ਮੇਰੇ ਪਾਤਸ਼ਾਹ ਜਵਾਬ ਦਿੰਦੇ, ਮਰਦਾਨਿਆਂ ਜਿੱਧਰ ਕਰਤਾਰ ਲੈ ਚੱਲੇਗਾ ਉੱਧਰ ਜਾਵਾਂਗੇ, ਕਿਉਂਕਿ ਸਾਡੀ ਡੋਰ ਤਾਂ ਕਰਤਾਰ ਦੇ ਹੱਥ ਹੈ ਨਾ। ਕਰਤਾਰ ਜਿੱਥੇ ਲੈ ਚੱਲੇਗਾ ਉੱਥੇ ਚੱਲਾਂਗੇ। ਜੇ ਪਿਤਾ ਜੀ ਨੇ ਆਖਿਆ, ਮਹਾਰਾਜ ਨਾਨਕ ਜੀ ਕਿਉਂ ਤੰਗ ਕਰਦੇ ਜੇ ਸਾਨੂੰ, ਕਿਉਂ ਨਹੀਂ ਘਰ ਰਹਿੰਦੇ, ਖੇਤੀ ਕਰ ਲੋ, ਵਪਾਰ ਕਰ ਲੋ, ਤਾਂ ਸਾਹਿਬ ਨੇ ਜਵਾਬ ਦੇਣਾ, ਪਿਤਾ ਜੀ ਸਾਡੇ ਵੱਸ ਕੁਝ ਨਹੀਂ, ਸਭ ਕਰਤਾਰ ਦੇ ਵੱਸ ਹੈ। ਕਰਤਾਰ ਨੂੰ ਜੋ ਪਾਉਂਦਾ ਉਹੀ ਸਾਡੇ ਕੋਲੋਂ ਹੁੰਦਾ ਹੈ। ਜਿਸ ਦੇ ਹੱਥ ਵਿੱਚ ਸਭ ਦੀ ਡੋਰ ਉਹਨੂੰ ਕਹਿੰਦੇ ਨੇ ਕਰਤਾਰ। ਤੇ ਇੱਥੇ ਪਰਮੇਸ਼ਰ ਨੂੰ ਸੰਬੋਧਨ ਕਰਦਿਆਂ ਕਹਿੰਦੇ, ਤੂੰ ਕਰਤਾਰ, ਹੇ ਪ੍ਰਭੂ ਤੂੰ ਕਰਤਾਰ ਹੈ। ਕਰਹਿ ਸੋ ਹੋਏ, ਜੋ ਤੂੰ ਕਰਦਾ ਉਹ ਹੋ ਜਾਂਦਾ, ਹੁੰਦਾ ਹੀ ਉਹ ਹੈ ਜੋ ਤੂੰ ਕਰਦਾ, ਉਹੀ ਕੁਝ ਹੁੰਦਾ। ਹੇ ਕਰਤਾਰ ਜੋ ਤੂੰ ਕਰਦਾ ਹੈ, ਤੇਰੇ ਵੱਸ ਹੈ ਸਭ ਕੁਝ, ਸਭ ਕੋ ਤੇਰਾ ਵੱਸ, ਤੇਰੇ ਵੱਸ ਵਿੱਚ ਹੈ, ਤੇਰੇ ਕੰਟਰੋਲ ਵਿੱਚ ਹੈ। ਤੂੰ ਜੋ ਕਰਦਾ ਹੈ ਉਹ ਹੁੰਦਾ ਹੈ। ਤੇਰਾ ਜੋਰ ਤੇਰੀ ਮਨ ਟੇਕਾ। ਏ ਵਾਹਿਗੁਰੂ ਸਾਨੂੰ ਜੋਰ ਵੀ ਤੇਰਾ, ਸਾਡੇ 'ਚ ਆਪਣਾ ਕੋਈ ਜੋਰ ਨਹੀਂ। ਮਹਾਰਾਜ ਸਾਡੇ 'ਚ ਆਪਣਾ ਕੋਈ ਵੀ ਤਾਣ ਨਹੀਂ। ਜਦੋਂ ਗਾਵੇ ਕੋ ਤਾਣ ਹੋਵੇ, ਕਿਸੇ ਤਾਣ ਪੜਦੇ ਆ ਨਾ, ਉਦੋਂ ਸਾਡੇ ਅੰਦਰੋਂ ਇਹ ਭਾਵ ਆ ਜਾਣਾ ਚਾਹੀਦਾ, ਮਹਾਰਾਜ ਸਾਡੇ 'ਚ ਕੋਈ ਤਾਣ ਨਹੀਂ, ਸਾਡੇ 'ਚ ਕੋਈ ਜ਼ੋਰ ਨਹੀਂ। ਹੇ ਗਰੀਬ ਨਵਾਜ ਸਾਨੂੰ ਜ਼ੋਰ ਤੇਰਾ ਹੈ। ਜੇ ਪ੍ਰਮਾਤਮਾ ਦੀ ਚੇਤਨਾ ਨਾ ਹੋਵੇ ਸਾਡੇ 'ਚ, ਅਸੀਂ ਤਾਂ ਸਾਹ ਵੀ ਨਹੀਂ ਲੈ ਸਕਦੇ ਆਪਣੀ ਮਰਜ਼ੀ ਨਾਲ। ਉਹਦੀ ਚੇਤਨਾ ਦਾ ਜ਼ੋਰ ਹੈ ਤਦੇ ਸਾਹ ਚੱਲ ਰਹੇ ਨੇ। ਜੇ ਉਹਨੇ ਆਪਣੀ ਚੇਤਨਾ ਦਾ ਜ਼ੋਰ ਕੱਢ ਲਿਆ ਤੇ ਸਾਹ ਰੁਕ ਜਾਣੇ ਹਨ। ਇਸ ਕਰਕੇ ਕਹਿੰਦੇ ਵਾਹਿਗੁਰੂ ਤੇਰਾ ਹੀ ਜ਼ੋਰ ਹੈ, ਤੇਰੀ ਮਨ ਟੇਕ। ਸਾਡੇ ਮਨਾਂ ਨੂੰ ਮਹਾਰਾਜ ਜੀ ਤੁਹਾਡੀ ਹੀ ਟੇਕ ਹੈ, ਤੁਹਾਡਾ ਹੀ ਆਸਰਾ ਹੈ, ਤੁਹਾਡਾ ਹੀ ਭਰੋਸਾ ਹੈ। ਤੇਰੀ ਮਨ ਟੇਕ, ਮਹਾਰਾਜ ਸਾਡੇ ਮਨਾਂ ਨੂੰ ਤੁਹਾਡੀ ਟੇਕ ਹੈ, ਆਸਰਾ ਹੈ। ਸਦਾ ਸਦਾ ਜਪ ਨਾਨਕ ਏਕ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਹੇ ਭਾਈ ਸਦਾ ਸਦਾ ਲਈ ਉਸ ਇੱਕ ਨੂੰ ਜਪੋ, ਇੱਕ ਨੂੰ ਧਿਆਵੋ, ਇੱਕ ਨੂੰ ਅਰਾਧੋ। ਸਦਾ ਸਦਾ ਜਪ ਨਾਨਕ ਏਕ। ਇੱਕ ਨੂੰ ਜਪਣਾ, ਇੱਕ ਨੂੰ ਧਿਆਉਣਾ, ਇੱਕ ਨੂੰ ਅਰਾਧਣਾ, ਇੱਕ ਦਾ ਹੀ ਚਿੰਤਨ ਕਰਨਾ ਹੈ। ਸਭ ਉਪਰ ਪਾਰ ਬ੍ਰਹਮ ਦਾਤਾਰੂ। ਪਾਰ ਬ੍ਰਹਮ ਜਿਸ ਦਾ ਕੋਈ ਪਾਰ ਉਰਾਰ ਨਾ ਹੋਵੇ। ਬ੍ਰਹਮ ਦਾ ਮਤਲਬ ਹੈ ਵਿਆਪਕ। ਹਰ ਸ਼ਬਦ ਦਾ ਦੂਸਰੀਆਂ ਭਾਸ਼ਾਵਾਂ ਵਿੱਚ ਕੋਈ ਨਾ ਕੋਈ ਸ਼ਬਦ ਹੁੰਦਾ ਹੈ, ਪਰ ਬ੍ਰਹਮ ਸ਼ਬਦ ਦਾ ਐਸਾ ਇਹ ਕੀਮਤੀ ਸ਼ਬਦ ਹੈ ਕਿ ਦੁਨੀਆ ਦੀ ਕਿਸੇ ਭਾਸ਼ਾ ਵਿੱਚ ਇਹਦਾ ਤਰਜਮਾ ਕਰਕੇ ਸੰਪੂਰਨ ਰੂਪ ਵਿੱਚ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਸੰਪੂਰਨ ਰੂਪ ਵਿੱਚ, ਜੋ ਸਾਰਿਆਂ ਵਿੱਚ ਉਸੇ ਦਾ ਸਾਡੇ ਮਨ ਨੂੰ ਆਧਾਰ ਹੈ, ਆਸਰਾ ਹੈ, ਸਾਨੂੰ ਉਸੇ ਦੀ ਟੇਕ ਹੈ। ਹਾਂਜੀ, ਤੇਰੀ ਟੇਕ ਤੇਰਾ ਆਧਾਰ। ਹੇ ਪ੍ਰਭੂ, ਸਾਨੂੰ ਤੇਰੀ ਟੇਕ ਹੈ, ਸਾਨੂੰ ਤੇਰਾ ਹੀ ਆਧਾਰ ਆਸਰਾ ਹੈ। ਰਹਾਉ ਹੈ ਤੂੰ ਹੈ ਤੂੰ ਹੋਵਨਹਾਰ। ਹੇ ਪ੍ਰਭੂ, ਤੂੰ ਪਹਿਲਾਂ ਵੀ ਸੀ, ਤੂੰ ਹੁਣ ਵੀ ਹੈ, ਤੂੰ ਆਉਣ ਵਾਲੇ ਸਮੇਂ ਵਿੱਚ ਵੀ ਹੋਣ ਵਾਲਾ। ਤਿੰਨਾਂ ਕਾਲਾਂ ਵਿੱਚ ਤੇਰੀ ਹਸਤੀ ਰਹਿਣ ਵਾਲੀ, ਤੇਰੀ ਹਸਤੀ, ਤੇਰਾ ਵਜੂਦ ਤਿੰਨਾਂ ਕਾਲਾਂ ਵਿੱਚ ਹੈ ਤੂੰ ਹੋਵਨਹਾਰ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਪਹਿਲਾਂ ਵੀ ਸੀ, ਹੁਣ ਵੀ ਹੈ, ਆਉਣ ਵਾਲੇ ਸਮੇਂ 'ਚ ਵੀ ਰਹਿਣ ਵਾਲਾ ਹੈ। ਭੀ ਹੋਸੀ ਜਾਏ ਨ ਜਾਸੀ, ਰਚਨਾ ਜਨ ਰਚਾਈ। ਪਹਿਲਾਂ ਵੀ ਸੀ, ਹੈ, ਭੀ ਹੁਣ ਵੀ ਹੈ, ਅੱਗੇ ਵੀ ਹੋਸੀ ਹੋਵੇਗਾ। ਸਫਲ ਮੂਰਤ ਹੈ ਉਸ ਅਕਾਲ ਪੁਰਖ ਪਰਮੇਸ਼ਰ ਦੀ, ਜੋ ਤਿੰਨਾਂ ਕਾਲਾਂ ਵਿੱਚ ਰਹਿਣ ਵਾਲੀ ਹਸਤੀ ਹੈ। ਅਗਮ ਅਗਾਧ ਊਚ ਆਪਾਰ। ਅਗੰਮ ਹੈ, ਜਿੱਥੇ ਤਾਈਂ ਨਾ ਸਾਡਾ ਮਨ ਪਹੁੰਚ ਸਕਦਾ, ਨਾ ਸਾਡੀਆਂ ਇੰਦਰੀਆਂ ਜਾ ਸਕਦੀਆਂ ਨੇ, ਉਹਨੂੰ ਕਹਿੰਦੇ ਨੇ ਅਗੰਮ। ਸਾਡੀਆਂ ਅੱਖਾਂ ਦੀ ਵੀ ਕੋਈ ਲਿਮਟ ਹੈ ਵੀ ਇਹ ਕਿੱਥੇ ਤੱਕ ਵੇਖ ਸਕਦੀਆਂ, ਕੰਨਾਂ ਦੀ ਵੀ ਕੋਈ ਲਿਮਟ ਹੈ ਵੀ ਕਿੱਥੋਂ ਤੱਕ ਆਵਾਜ਼ ਆਵੇ ਤੇ ਸੁਣ ਸਕਦੇ, ਬੋਲਣ ਦੀ, ਹੱਥਾਂ ਪੈਰਾਂ ਦੀ, ਇਹ ਸੀਮਾ ਵਿੱਚ ਨੇ ਸਭ। ਸਰੀਰ ਦੀ ਇਸ ਹੱਦਬੰਦੀ ਤੋਂ ਸਾਡਾ ਜਿਹੜਾ ਮਨ ਹੈ ਉਹ ਕਈ ਗੁਣਾ ਵੱਧ ਪਾਵਰਫੁੱਲ ਹੈ। ਜਿੱਥੇ ਸਰੀਰ ਨਹੀਂ ਜਾ ਸਕਦਾ, ਅੱਖਾਂ ਨਹੀਂ ਜਾ ਸਕਦੀਆਂ, ਕੰਨ ਨਹੀਂ ਜਾ ਸਕਦੇ, ਸਾਡਾ ਮਨ ਉੱਥੇ ਚਲਾ ਜਾਂਦਾ ਹੈ। ਕਿਤਨੀ ਸਮਰੱਥਾ, ਕਿਤਨੀ ਤਾਕਤ ਇਸ ਮਨ 'ਚ ਹੋਵੇਗੀ, ਕਿਤਨੀ ਸ਼ਕਤੀ ਇਸ ਮਨ 'ਚ ਹੋਵੇਗੀ ਕਿ ਇੱਕ ਅੱਖ ਦੇ ਫੋਰ ਵਿੱਚ ਕਿਤੇ ਤੋਂ ਕਿਤੇ ਚਲਾ ਜਾਂਦਾ ਹੈ। ਕਿਤਨੀ ਸ੍ਰਿਸ਼ਟੀ ਦੀ ਰਚਨਾ ਮਨ 'ਚ ਹੀ ਹੋ ਜਾਂਦੀ ਹੈ। ਮਨ ਆਪਣੀ ਕਲਪਨਾ 'ਚ ਹੀ ਕਿਤਨਾ ਕੁਝ ਰਚ ਲੈਂਦਾ। ਅਸੀਂ ਸਰੀਰ ਕਰਕੇ ਕੋਈ ਚੀਜ਼ ਬਣਾਣੀ ਹੋਵੇ, ਉਹਨੂੰ ਕਈ ਵਰ੍ਹੇ ਲੱਗਣਗੇ। ਮਕਾਨ ਵੀ ਕਿਸੇ ਨੇ ਬਣਾਉਣਾ ਹੋਵੇ, ਕਿੰਨਾ ਸਮਾਂ ਲੱਗ ਜਾਂਦਾ। ਮਨ ਇੱਕ ਅੱਖ ਦੇ ਫੋਰ 'ਚ ਮਹਿਲ ਵੀ ਰਚ ਲੈਂਦਾ। ਕਿਤਨੀ ਤਾਕਤ ਹੈ ਇਹਦੇ 'ਚ, ਕਿਤਨੀ ਸ਼ਕਤੀ ਹੈ। ਕੁਝ ਮਿੰਟਾਂ ਸਕਿੰਟਾਂ ਵਿੱਚ ਹੀ ਵੱਡੇ ਵੱਡੇ ਦੇਸ਼ ਬਣਾ ਕੇ ਉਹਨਾਂ ਤੇ ਰਾਜ ਵੀ ਕਰਨ ਦੀ ਬਿਰਤੀ ਬਣਾ ਲੈਂਦਾ। ਇਤਨੀ ਸ਼ਕਤੀ ਹੈ ਇਸ ਮਨ 'ਚ। ਪਰ ਇਹ ਮਨ ਇਤਨੀ ਸ਼ਕਤੀ ਨਹੀਂ ਰੱਖਦਾ ਕਿ ਜਿਹੜਾ ਇੱਕ ਅੱਖ ਦੇ ਫੋਰ ਵਿੱਚ ਮਿੰਟਾਂ ਸਕਿੰਟਾਂ 'ਚ ਕਰੋੜਾਂ ਮੀਲਾਂ ਦਾ ਪੰਧ ਦੂਰ ਕਰ ਸਕਦਾ ਹੈ, ਪਰ ਉਸ ਨਿਰੰਕਾਰ ਦੇ ਘਰ ਤੱਕ ਨਹੀਂ ਜਾ ਸਕਦਾ। ਇਸ ਕਰਕੇ ਉਹਨੂੰ ਕਿਹਾ ਅਗੰਮ। ਸਭ ਪਾਸੇ ਜਾ ਸਕਦਾ, ਪਰ ਨਿਰੰਕਾਰ ਵਿੱਚ ਤਾਂ ਨਹੀਂ ਨਾ ਜਾਂਦਾ। ਉਹਦੇ ਲਈ ਕਰਨੀ ਪੈਂਦੀ ਹੈ ਸਾਧਨਾ। ਸਾਧਨਾ ਕਰਦਿਆਂ ਜਿਹੜੀ ਇਹ ਮਨ ਦੀ ਸ਼ਕਤੀ ਬਾਹਰਲੇ ਪਾਸੇ ਨੂੰ ਦੌੜਦੀ ਹੈ, ਉਹ ਸ਼ਕਤੀ ਗੁਰਬਾਣੀ ਦੇ ਅਭਿਆਸ ਨਾਲ ਜਦੋਂ ਅੰਤਰਮੁਖੀ ਹੁੰਦੀ ਹੈ, ਇਹ ਮਨ ਵਿਲੈ ਹੋ ਜਾਂਦਾ ਹੈ, ਮਨ ਸਮਾਪਤ ਹੋ ਜਾਂਦਾ। ਫਿਰ ਇਹ ਆਪਣੇ ਨਿਜ ਘਰ 'ਚ ਟਿਕ ਕੇ ਬ੍ਰਹਮ ਦੇ ਸਰੂਪ ਨੂੰ ਜਾਣ ਲੈਂਦਾ, ਸਾਖਸ਼ਾਤਕਾਰ ਹੋ ਜਾਂਦਾ। ਉਹੀ ਸ਼ਕਤੀ ਜਿਹੜੀ ਬਾਹਰ ਨੂੰ ਜਾ ਰਹੀ ਸੀ, ਜਦੋਂ ਅੰਤਰਮੁਖੀ ਹੋ ਜਾਏ, ਉਹੀ ਊਰਜਾ ਉਹਦੇ ਵਹਿਣ ਨੂੰ ਇੱਕਦਮ ਅੰਤਰਮੁਖੀ ਕਰ ਲਿਆ ਜਾਵੇ, ਤਾਂ ਇਹੀ ਮਨ ਬਹੁਤ ਕੁਝ ਪ੍ਰਾਪਤ ਕਰ ਲੈਂਦਾ। ਨਹੀਂ ਤਾਂ ਉਹ ਵਾਹਿਗੁਰੂ ਪਰਮੇਸ਼ਰ ਅਗੰਮ ਹੈ, ਮਨ ਬਾਣੀ ਦਾ ਵਿਸ਼ਾ ਨਹੀਂ ਹੈ। ਉਹ
ਮਨ ਬਾਣੀ ਦਾ ਜੋ ਵਿਸ਼ਾ ਨਹੀਂ ਉਹਨੂੰ ਕਹਿੰਦੇ ਨੇ ਅਗੰਮ, ਅਗਾਧ, ਜਿਹਨੂੰ ਗਾਇਆ ਨਾ ਜਾ ਸਕੇ। ਜ਼ਿਮੀਦਾਰ ਵੀ ਗਾਣ ਪਾਉਂਦੇ ਐ, ਉਹ ਗਾ ਲੈਂਦੇ ਆ, ਕਹਿੰਦੇ ਮੈਂ ਗਾ ਲਈ ਹੈ ਸਾਰੀ ਜਗ੍ਹਾ, ਵੇਖ ਲਈ ਹੈ। ਆਪਾਂ ਆਮ ਕਹਿ ਦਿੰਦੇ ਮੈਂ ਗਾ ਮਾਰਿਆ ਸਾਰਾ ਕੁਝ, ਲੱਭਾ ਨਹੀਂ ਮੈਨੂੰ ਇੱਥੋਂ। ਪਰਮੇਸ਼ਰ ਗਾਇਆ ਨਹੀਂ ਜਾ ਸਕਦਾ, ਅਗਾਧ ਹੈ। ਉਹਨੂੰ ਤੁਸੀਂ ਜੇ ਲੱਭਣ ਲੱਗੋ, ਭਾਲਣ ਲੱਗੋ, ਤੇ ਗਾਇਆ ਨਹੀਂ ਜਾ ਸਕਦਾ, ਕਿਉਂਕਿ ਸਥੂਲ ਨਹੀਂ ਨਾ ਹੈ, ਉਹ ਸੂਖਸ਼ਮ ਹੈ। ਸੂਖਮ ਤੋਂ ਸੂਖਮ ਹੈ, ਤੇ ਸੂਖਸ਼ਮ ਤੋਂ ਸੂਖਸ਼ਮ ਸਾਹਿਬ ਨੂੰ ਕਿਵੇਂ ਗਾਵਾਂਗੇ? ਇਸ ਕਰਕੇ ਕਿਹਾ ਅਗਾਧ, ਉੱਚ, ਉੱਚਾ ਹੈ, ਉਸ ਤੋਂ ਪਰੇ, ਉਸ ਤੋਂ ਉੱਚਾ ਕੋਈ ਨਹੀਂ। ਅਪਾਰ, ਪਾਰਾਵਾਰ ਤੋਂ ਰਹਿਤ ਹੈ, ਨਾ ਉਰਲਾ ਕਿਨਾਰਾ ਪਤਾ, ਨਾ ਪਾਰਲੇ ਦਾ ਪਤਾ। ਸਮੁੰਦਰ ਦੇ ਕੰਢੇ ਤੇ ਉਰਲੇ ਪਾਸੇ ਤਾਂ ਖੜਿਆ ਕੰਢਾ ਦਿਸਦਾ, ਪਾਰਲਾ ਨਹੀਂ ਦਿਸਦਾ। ਪਰ ਪਰਮੇਸ਼ਰ ਦਾ ਨਾ ਉਰਾਰ ਹੈ ਨਾ ਪਾਰ, ਇਸ ਕਰਕੇ ਉਹਨੂੰ ਕਿਹਾ ਜਾਂਦਾ ਅਪਾਰ, ਉਹ ਪਾਰਾਵਾਰ ਤੋਂ ਰਹਿਤ ਹੈ। ਜੋ ਤੁਧ ਸੇਵਹ ਤੈਨ ਭਉ ਦੁਖ ਨਾਹੀ। ਇਹ ਵਾਹਿਗੁਰੂ, ਜਿਹੜੇ ਤੈਨੂੰ ਸੇਵਦੇ ਨੇ ਉਹਨਾਂ ਨੂੰ ਭਉ ਨਹੀਂ ਵਿਆਪਦਾ, ਉਹਨਾਂ ਨੂੰ ਦੁੱਖ ਨਹੀਂ ਵਿਆਪਦਾ। ਨਾ ਭਉ ਨਾ ਦੁੱਖ, ਉਹ ਡਰ ਤੋਂ ਔਰ ਦੁੱਖ ਦੋਨਾਂ ਤੋਂ ਹੀ ਰਹਿਤ ਹੋ ਜਾਂਦੇ ਨੇ। ਮਹਾਰਾਜ ਜੀ ਜਿਹੜੇ ਤੁਹਾਨੂੰ ਸੇਵਦੇ ਨੇ, ਤੁਹਾਨੂੰ ਅਰਾਧਦੇ ਹਨ। ਹਰ ਪ੍ਰਸਾਦ ਨਾਨਕ ਗੁਣ ਗਾਹੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਗੁਰੂ ਦੀ ਕਿਰਪਾ ਨਾਲ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਹੇ ਗਾਉਂਦਾ ਹਾਂ, ਉਹਦੇ ਗੁਣਾਂ ਨੂੰ ਗਾਇਨ ਕਰਦਾ ਹਾਂ। ਜੋ ਦੀਸਾ ਸੋ ਤੇਰਾ ਰੂਪ। ਜਦੋਂ ਗੁਰੂ ਦੀ ਕਿਰਪਾ ਵਰਤੀ, ਹੁਣ ਜੋ ਵੀ ਦਿਸਦਾ ਹੈ ਪ੍ਰਭੂ ਤੇਰਾ ਹੀ ਰੂਪ ਹੈ। ਜੋ ਦਿਸੈ ਸੋ ਤੇਰਾ ਰੂਪ। हे ਪ੍ਰਭੂ, ਜੋ ਜੋ ਵੀ ਦਿਸਦਾ ਸਭ ਤੇਰਾ ਹੀ ਰੂਪ ਹੈ। ਕਿਤੇ ਰਾਜਾ ਬਣਿਆ ਹੋਇਆ, ਕਿਤੇ ਦਾਤਾ ਬਣਿਆ ਹੋਇਆ, ਕਿਤੇ ਭਿਖਾਰੀ ਬਣਿਆ ਹੋਇਆ, ਕਿਤੇ ਵੈਦ ਬਣਿਆ ਹੋਇਆ, ਕਿਤੇ ਰੋਗੀ ਬਣਿਆ ਹੋਇਆ, ਕਿਤੇ ਚੋਰ ਬਣਿਆ ਹੋਇਆ, ਕਿਤੇ ਸਿਪਾਹੀ ਬਣਿਆ ਹੋਇਆ। ਤੂੰ ਹੀ ਤੂੰ ਹੈ। ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਕਿਤੇ ਤਾਂ ਇੰਨਾ ਸੁਚੇਤ ਹੈ ਵੀ ਚੇਤਨਾ ਨੂੰ ਵੀ ਚਾਰ ਚੰਨ ਲਾਈ ਬੈਠਾ, ਬੜਾ ਹੀ ਸਿਆਣਾ ਏ। ਵੇਖ ਕੇ ਕਹਿੰਦੇ ਬੰਦਾ ਬੜਾ ਸੂਝਵਾਨ ਹੈ। ਤੇ ਕਿਤੇ ਬਿਲਕੁਲ ਹੀ ਅਚੇਤ, ਜੜ ਤੇ ਮੂਰਖ ਬਣਿਆ ਬੈਠਾ, ਉਹ ਵੀ ਤਾਂ ਤੂੰ ਹੀ ਹੈ। ਉਹਦੇ ਵਿੱਚ ਵੀ ਤਾਂ ਜੋਤ ਤੇਰੀ ਵਰਤ ਰਹੀ ਹੈ। ਸਭ ਵਿੱਚ ਤੂੰ ਹੀ ਤੂੰ ਹੈ। ਕਤਹੁ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ। ਕਿਤੇ ਭਿਖਾਰੀ ਬਣ ਕੇ ਭੀਖ ਮੰਗ ਰਿਹਾ, ਕਿਤੇ ਮਹਾਦਾਨੀ ਹੋ ਕੇ ਦਾਨ ਕਰ ਰਿਹਾ। ਤੂੰ ਹੀ ਤੂੰ ਹੈ। ਜੋ ਵੀ ਦਿਸਦਾ ਸਭ ਤੇਰਾ ਹੀ ਰੂਪ ਹੈ। ਗੁਣ ਨਿਧਾਨ ਗੋਬਿੰਦ ਅਨੂਪ। ਵਾਹਿਗੁਰੂ, ਤੂੰ ਗੁਣਾਂ ਦਾ ਖਜ਼ਾਨਾ ਹੈ। ਤੂੰ ਗੋਬਿੰਦ, ਸਾਰੀ ਧਰਤੀ ਨੂੰ ਪਾਲਣੇ ਵਾਲਾ ਹੈ। ਅਨੂਪ, ਤੂੰ ਉਪਮਾ ਤੋਂ ਰਹਿਤ ਹੈ। ਸਿਮਰ 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 ਜਨ ਸੋਈ। ਏ ਵਾਹਿਗੁਰੂ, ਜਿਹੜੇ ਤੇਰੇ ਜਨ ਨੇ ਉਹ ਤੈਨੂੰ ਹੀ ਸਿਮਰਦੇ ਹਨ, ਅੱਠੇ ਪੈਰ ਤੈਨੂੰ ਹੀ ਅਰਾਧਦੇ ਹਨ। ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ। ਤੇਰੇ ਜਨ ਹਰ ਵੇਲੇ ਹੀ ਤੇਰਾ ਚਿੰਤਨ ਕਰਦੇ ਨੇ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਤੇਰੇ ਜਨ ਤੈਨੂੰ ਸਿਮਰਦੇ ਹਨ। ਨਾਨਕ ਕਰਮ ਪ੍ਰਾਪਤ ਹੋਏ। ਏ ਵਾਹਿਗੁਰੂ, ਤੇਰੀ ਬਖਸ਼ਿਸ਼ ਨਾਲ ਹੀ ਤੂੰ ਪ੍ਰਾਪਤ ਹੁੰਨਾ। ਜਿਨ੍ਹਾਂ ਨੂੰ ਵੀ ਤੂੰ ਮਿਲਿਆ ਆਪਣੀ ਕਿਰਪਾ ਕਰਕੇ ਮਿਲਿਆ। ਕੋਈ ਜੇ ਸੇਵਕ ਕਹੇ ਵੀ ਮੇਰੀ ਘਾਲਣਾ ਕਰਕੇ ਮਿਲਿਆ, ਐਸਾ ਨਹੀਂ ਹੈ। हे ਪ੍ਰਭੂ, ਤੇਰੀ ਬਖਸ਼ਿਸ਼ ਕਰਕੇ ਹੀ ਤੂੰ ਪ੍ਰਾਪਤ ਹੁੰਦਾ ਹੈ। ਜਿਨ ਜਪਿਆ ਤਿਸ ਕਉ ਬਲਿਹਾਰੂ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਪਿਆ ਹੈ, ਉਸ ਵਾਹਿਗੁਰੂ ਨੂੰ ਅਰਾਧਿਆ ਹੈ, ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਤਿਸ ਕਾ ਸੰਗ
ਤਰੈ ਸੰਸਾਰ। ਉਹਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹਨ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਕਹੋ ਨਾਨਕ ਪ੍ਰਭ ਲੋਚਾ ਪੂਰਾ। ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ, ਹੇ ਰੱਬ ਜੀ ਮੇਰੀ ਇੱਛਾ ਪੂਰੀ ਕਰੋ। ਤੁਸੀਂ ਇੱਛਾਵਾਂ ਪੂਰੀਆਂ ਕਰਦੇ ਹੋ ਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹੋ। ਮਹਾਰਾਜ ਜੀ ਮੇਰੀ ਇਹ ਲੋਚਾ ਇੱਛਾ ਉਹ ਪੂਰੀ ਕਰ ਦਿਓ। ਪੁੱਛਿਆ ਜੀ ਕੀ ਇੱਛਾ ਹੈ ਤੁਹਾਡੀ? ਤਾਂ ਅਗਲੀ ਪੰਕਤੀ ਚ ਆਪਣੀ ਇੱਛਾ ਦੱਸਦੇ ਹਨ। ਸੰਤ ਜਨਾ ਕੀ ਬਾਛੋ ਤੂਰਾ। ਜੀ ਮੇਰੀ ਇੱਛਾ ਇਹ ਹੈ ਕਿ ਮੈਂ ਤੁਹਾਡੇ ਜਿਹੜੇ ਸੰਤ ਨੇ ਬੰਦਗੀ ਵਾਲੇ, ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦਾ ਹਾਂ। ਮੈਨੂੰ ਆਪਣੇ ਸੰਤਾਂ ਦੇ ਚਰਨਾਂ ਦੀ ਖਾਕ ਬਖਸ਼ੋ। ਦਾਨ ਮਹਿੰਡਾ ਤਲੀ ਖਾਕ, ਜੇ ਮਿਲਿਆ ਤਾਂ ਮਸਤਕ ਲਾਈਆ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮਹਾਰਾਜ ਜੀ ਮੈਨੂੰ ਕਿਰਪਾ ਕਰਕੇ ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਬਖਸ਼ੋ। ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ। ਇਹ ਦਇਆ ਸਾਡੇ ਤੇ ਕਰੋ। ਗਰੀਬ ਨਵਾਜ ਸਤਿਗੁਰੂ ਜੀ ਤਰਸ ਕਰਨ। ਇਹ ਪਾਵਨ ਪਵਿੱਤਰ ਬਾਣੀ ਸਾਡੇ ਹਿਰਦਿਆਂ 'ਚ ਵਸੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ। ਸਤਿਗੁਰੂ ਜੀ ਅਗਾਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਜਿਸ ਪਿਆਰੇ ਸਿਉ ਨੇ ਹੋ, ਜਿਸ ਪਿਆਰੇ ਸਿਉ ਨੇ ਹੋ, ਤਿਸ ਆਗੇ ਮਰ ਚੱਲੀਐ, ਤਿਸ ਆਗੇ ਮਰ ਚੱਲੀਐ, ਤਿਸ ਆਕੇ ਮਰ ਚੱਲੀਐ, ਤਿਸ ਆਕੇ ਮਰ ਚੱਲੀਐ। ਤ੍ਰਿਗ ਜੀਵਨ ਸੰਸਾਰ, 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 ਤ੍ਰਿਗ ਜੀਵਨ ਸੰਸਾਰ। ਤਾਕੈ ਪਾਛੈ ਜੀਵਣਾ, 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 ਤਾਕੈ ਪਾਛੈ ਜੀਵਣਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ